ਇੱਕ ਨਜ਼ਰੀਆ। ਇੱਕ ਨਜ਼ਰੀਆ ਹਮੇਸ਼ਾ ਇੱਕ ਆਮ ਗੱਲਬਾਤ ਦਾ ਸੱਦਾ ਦਿੰਦਾ ਹੈ। ਉਹ ਸੱਦਾ ਜਿਸ ਨਾਲ ਜ਼ਿੰਦਗੀ ਵਿੱਚ ਉੱਦਮ ਆਵੇ, ਇਨਸਾਨ ਆਪਣੀ ਜ਼ਿੰਦਗੀ ਦਾ ਆਪ ਚਾਲਕ ਬਣੇ। ਜਦੋਂ ਵੀ ਵਿਚੋਲੇ ਨੇ ਜਨਮ ਲਿਆ, ਮਨੁੱਖਤਾ ਨੂੰ ਆਤਮ ਨਿਰਭਰ ਕਰਨ ਲਈ ਵਿਚੋਲਾ ਗੁਰੂ ਪੀਰ, ਅਵਤਾਰ ਅਤੇ ਰੱਬ ਦਾ ਮਸੀਹਾ ਬਣ ਕੇ ਪੂਜਿਆ ਜਾਣ ਲੱਗਾ। ਆਮ ਗੱਲਬਾਤ ਨੂੰ ਪਿੱਛੇ ਛੱਡ ਦਿੱਤਾ ਗਿਆ। ਪਹਿਲੇ ਗ੍ਰੰਥ ਰਚਿਆ ਗਿਆ, ਫਿਰ ਧਾਰਮਿਕ ਸਥਾਨ, ਫਿਰ ਦੇਵਤਿਆਂ ਦੀਆਂ ਦੈਵੀ ਸ਼ਕਤੀਆਂ ਦੀਆਂ ਕਹਾਣੀਆਂ ਪ੍ਰਚਾਰੀਆਂ ਗਈਆਂ। ਪੁਜਾਰੀ ਨਿਰੰਤਰ ਕਰਮਕਾਂਡ ਦੀ ਦੁਕਾਨ ਚਲਾਉਂਦਾ, ਮੰਤਰ ਤੇ ਮੰਤਰ ਥੋਪਦਾ ਗਿਆ ਅਤੇ ਮਨੁੱਖ ਮਾਨਸਿਕ ਰੋਗੀ ਬਣ ਰੱਬ ਨੂੰ ਲੱਭਦਾ ਰਿਹਾ। ਇੱਕ ਨਜ਼ਰੀਆ ਸਿਰਫ ਵਿਚੋਲਿਆਂ ਨੂੰ ਕੱਟਣ ਦਾ ਉਪਰਾਲਾ ਹੈ। ਵਿਦਵਤਾ ਤੇ ਲਫ਼ਜ਼ਾਂ ਦੇ ਗੂੰਜਲ ਤੇ ਪੁਜਾਰੀਆਂ ਨੇ ਇੰਨੇ ਪਾ ਰੱਖੇ ਹਨ ਕਿ ਬੁੱਢੀ ਮਾਈ ਦਾ ਝਾਟਾ ਬਣ ਜਾਂਦੇ ਹਨ। ਲੋਕ ਇਸ ਨੂੰ ਸਮਝਣ ਵਿੱਚ ਨਾਕਾਮ, ਮਨੋਤਾਂ ਸਾਂਭ ਇੱਕ ਦੂਜੇ ਨਾਲ ਲੜਦੇ ਰਹਿੰਦੇ ਹਨ ਅਤੇ ਭੇਡ ਚਾਲ ਦਾ ਹਿੱਸਾ ਬਣ ਆਮ ਗੱਲਬਾਤ ਵੀ ਕਰਨ ਤੋਂ ਡਰਦੇ ਹਨ। ਵਿਚੋਲਾ ਕੋਈ ਗ੍ਰੰਥ ਨਹੀਂ, ਕੋਈ ਮੂਰਤੀ ਜਾਂ ਤਖਤੇ ਤੇ ਲਟਕਿਆ ਯੋਧਾ ਨਹੀਂ, ਬਲਕਿ ਮੈਡੀਟੇਸ਼ਨ ਕਰਨ ਲਈ ਆਪਣਾ ਸਪਿਰਿਚੁਅਲ ਗਾਈਡ ਆਪ ਬਣਨਾ ਪੈਂਦਾ ਹੈ। ਮੈਡੀਟੇਸ਼ਨ ਦੀ ਪ੍ਰਕਿਰਿਆ ਸਮਝਣ ਤੋਂ ਪਹਿਲਾਂ ਮਨੋਰਥ ਸਮਝਣਾ ਜ਼ਰੂਰੀ ਹੈ। ਮਨੋਰਥ ਹੀ ਮੈਡੀਟੇਸ਼ਨ ਦੇ ਸਫ਼ਰ ਦਾ ਵੱਡਮੁੱਲਾ ਅੰਗ ਹੈ। Objective is more important in understanding the process. ਮੈਡੀਟੇਸ਼ਨ ਦਾ ਮਨੋਰਥ ਸਿਰਫ ਐਸੀ ਸਟੇਟ ਆਫ ਮਾਈਂਡ ਹਾਸਲ ਕਰਨਾ ਹੈ ਜਿਸ ਵਿੱਚ ਆਬਜ਼ਰਵਰ ਇਫੈਕਟ ਮਹਿਸੂਸ ਹੋਵੇ। ਆਬਜ਼ਰਵਰ ਇਫੈਕਟ ਮੀਨਸ ਜ਼ਿੰਦਗੀ ਨੂੰ ਕਹਾਣੀ ਰੂਪ ਵਿੱਚ ਵਾਚਣਾ। ਆਬਜ਼ਰਵਰ ਬਣਨ ਲਈ ਨਾਦ ਦਾ ਸਹੀ ਇਸਤੇਮਾਲ ਅਤੇ ਮਿਆਰ ਵਿੱਚ ਵਰਤੋਂ ਕਰਕੇ ਸੁਰਤ ਜਾਂ ਫੋਕਸ ਹਾਸਲ ਕਰਨਾ। ਜਦੋਂ ਚੇਤਨ ਮਨ ਸੁਰਤ ਦਾ ਹਥਿਆਰ ਲੈ ਕੇ ਨਾਦ ਵਿੱਚੋਂ ਅਨਹਦ ਲੱਭਣ ਦੇ ਕਾਬਲ ਹੋ ਜਾਂਦਾ ਹੈ ਤੇ ਜ਼ਿੰਦਗੀ ਮੈਡੀਟੇਸ਼ਨ ਦਾ ਰੂਪ ਹੋ ਜਾਂਦੀ ਹੈ। ਚੇਤਨ ਮਨ ਸੁਰਤ ਦਾ ਹਥਿਆਰ ਲੈ ਕੇ ਨਾਦ ਵਿੱਚੋਂ ਅਨਹਦ ਲੱਭਣ ਦੇ ਕਾਬਲ ਹੋ ਜਾਂਦਾ ਹੈ ਤੇ ਜ਼ਿੰਦਗੀ ਮੈਡੀਟੇਸ਼ਨ ਦਾ ਰੂਪ ਹੋ ਜਾਂਦੀ ਹੈ। ਅਬਜ਼ਰਵਰ ਜਾਂ ਵਾਚਕ ਬਣਨ ਲਈ ਨਾਦ ਦਾ ਇਸਤੇਮਾਲ ਕਰਕੇ ਜ਼ਿੰਦਗੀ ਵਿੱਚੋਂ ਅਨਹਦ ਲੱਭਣਾ ਪੈਂਦਾ ਹੈ। ਪਰ ਇਹ ਨਾਦ ਹੈ ਕੀ ਚੀਜ਼? ਫਿਰ ਕੋਈ ਭੁਲੇਖਾ ਨਾ ਰਹਿ ਜਾਵੇ, ਨਾਦ ਕਿਸੇ ਕਰਮਕਾਂਡ ਦਾ ਨਾਮ ਨਹੀਂ। ਨਾਦ ਇੱਕ ਵਾਈਬ੍ਰੇਸ਼ਨ ਦਾ ਨਾਮ ਹੈ ਜੋ ਨਿਰੰਤਰ ਇਸ ਬ੍ਰਹਿਮੰਡ ਦੇ ਜ਼ਰੇ ਜ਼ਰੇ ਵਿੱਚ ਵਿਚਰਦੀ ਹੈ। ਨਾਦ ਕਿਸੇ ਲਫ਼ਜ਼ ਤੱਕ ਸੀਮਤ ਨਹੀਂ। ਨਾਦ ਦੀ ਰੂਪ ਰੇਖਾ ਸਮਝ ਕੇ ਮਨ ਸਥਿਰਤਾ ਵੱਲ ਜਾ ਟਿਕ ਜਾਂਦਾ ਹੈ। ਸੋਚ ਵੀ ਨਾਦ ਹੈ ਜੋ ਹਰ ਰੋਜ਼ 60,000 ਪੈਂਤੜੇ ਲੈ ਕੇ ਕਹਾਣੀਆਂ ਰਚਦੀ ਰਹਿੰਦੀ ਹੈ। ਇੰਦਰੀਆਂ ਦਾ ਦੇਖਣਾ, ਸੁਣਨਾ ਅਤੇ ਬੋਲਣਾ ਵੀ ਇੱਕ ਨਾਦ ਹੈ। ਨਾਦ ਸ਼ੋਰ ਵਿੱਚ, ਸੰਗੀਤ ਵਿੱਚ, ਅਣਸੁਣੀ ਧੁਨੀ ਵਿੱਚ ਵੀ ਹੈ। ਹਰ ਕਰਮ ਨਾਦ ਹੈ। ਜਜ਼ਬਾਤ ਵੀ ਨਾਦ ਹਨ ਜੋ ਕਹਾਣੀਆਂ ਦੇ ਮੁਹਤਾਜ ਹਨ। ਹਰ ਸਵਾਸ ਪਿੱਛੇ ਦਿਲ ਦਾ ਧੜਕਣਾ ਵੀ ਨਾਦ ਹੈ। ਹਰ ਕਲਾ, ਹਰ ਵਿਦਵਤਾ, ਹਰ ਹਰਕਤ ਵੀ ਨਾਦ ਦਾ ਹੀ ਰੂਪ ਹੈ। ਨਾਦ ਦਾ ਇੱਕ ਅਨੋਖਾ ਸੁਭਾਅ ਹੈ। ਨਾਦ ਖੜਦਾ ਨਹੀਂ, ਹਰ ਵਕਤ ਫੈਲਾਵ ਵਿੱਚ ਰਹਿੰਦਾ ਹੈ। ਨਾਦ ਫੈਲਾਵ ਅਤੇ ਵਿਕਾਸ ਦੀ ਭਾਸ਼ਾ ਬੋਲਦਾ ਹੈ। ਨਾਦ ਕਾਲ ਵਿੱਚ ਬੰਨਿਆ ਨਹੀਂ ਜਾ ਸਕਦਾ। ਜੇ ਸੀਮਿਤ ਕਰੋਗੇ ਤਾਂ ਮਨੋਤ ਬਣ ਕੇ ਕਰਮਕਾਂਡ ਬਣ ਜਾਏਗਾ। ਜਿਸ ਤਰ੍ਹਾਂ ਮੈਡੀਟੇਸ਼ਨ ਦਾ ਮਨੋਰਥ ਵਾਚਕ ਬਣਨਾ ਹੈ, ਨਾਦ ਵਿੱਚ ਰਚੀਆਂ ਕਹਾਣੀਆਂ ਤੋਂ ਬਾਹਰ ਨਿਕਲ ਕੇ
ਜ਼ਿੰਦਗੀ ਜੀਣ ਲਈ ਹੀ ਇੱਕ ਜੰਗ ਲੜਨੀ ਪੈਂਦੀ ਹੈ ਜੋ ਖੁਦ ਮਨੁੱਖ ਆਪ ਲੜਦਾ ਹੈ। ਜਦੋਂ ਮਨੁੱਖ ਸਾਹਸ ਕਰਦਾ ਹੈ ਤੇ ਬ੍ਰਹਿਮੰਡ ਦੀਆਂ ਸ਼ਕਤੀਆਂ ਉਸ ਦੁਆਲੇ ਪਰਿਕਰਮਾ ਕਰਨ ਲੱਗ ਪੈਂਦੀਆਂ ਹਨ, ਜਿਸ ਨੂੰ ਲਾਅ ਆਫ ਅਟਰੈਕਸ਼ਨ ਵੀ ਕਿਹਾ ਗਿਆ ਹੈ। ਕਹਾਣੀਆਂ ਦਾ ਕਾਲ ਨਾਲ ਗੂੜਾ ਸੰਬੰਧ ਹੈ। ਕਾਲ ਨਾ ਹੋਵੇ ਤਾਂ ਘਟਨਾ ਦਾ ਕੀ ਮੁੱਲ ਅਤੇ ਕਹਾਣੀਆਂ ਦੀ ਕੀ ਹੋਂਦ। ਜ਼ਰਾ ਧਿਆਨ ਨਾਲ ਸੋਚੋ, ਧਰਮ ਵੀ ਤਾਂ ਇੱਕ ਕਹਾਣੀ ਹੈ ਜੋ ਕਾਲ ਵਿੱਚ ਬੁਣੀ ਹੁੰਦੀ ਹੈ। ਮੇਰੇ ਦੋਸਤ, ਮੇਰੇ ਸ਼ਰੀਕ ਜਾਂ ਮੇਰੇ ਹਮਦਰਦ ਵੀ ਇੱਕ ਕਾਲ ਵਿੱਚ ਰਚੀ ਕਹਾਣੀ ਹਨ। ਹੋਮੇ ਵੀ ਤਾਂ ਕਹਾਣੀ ਹੈ ਜੋ ਭੂਤਕਾਲ ਪਾਸਟ ਵਿੱਚ ਕੋਈ ਘਟਨਾਕ੍ਰਮ ਨਾਲ ਜੁੜੀ ਹੁੰਦੀ ਹੈ। ਕਾਲ ਵਿੱਚ ਫਸੀ ਨਾਦ ਦੀ ਕੋਈ ਘਟਨਾ ਇੱਕ ਕਹਾਣੀ ਹੈ। ਕਿਤੇ ਪਛਤਾਵੇ ਦੀ ਕਹਾਣੀ ਤੇ ਕਿਤੇ ਨਫ਼ਰਤ ਦੀਆਂ ਦਾਸਤਾਵਾਂ, ਕਿਤੇ ਰੱਬ ਦੀ ਕਹਾਣੀ ਅਤੇ ਕਿਤੇ ਸਵਰਗ ਨਰਕ ਦੀਆਂ ਗਾਥਾਵਾਂ, ਕਿਤੇ ਮਿਥਿਹਾਸਿਕ ਕਹਾਣੀਆਂ, ਕਿਤੇ ਅਨੋਖੀਆਂ ਸ਼ਕਤੀਆਂ ਦੀਆਂ ਕਹਾਣੀਆਂ, ਕਿਤੇ ਦਰਦਨਾਕ ਇਤਿਹਾਸਕ ਵਰਤਾਰੇ ਅਤੇ ਕਿਤੇ ਖੁਸ਼ਹਾਲ ਰਾਜੇ ਰਾਣੀਆਂ ਦੇ ਕਿੱਸੇ। ਨਾਦ ਜਦੋਂ ਕਾਲ ਵਿੱਚ ਫਸਦਾ ਹੈ ਤੇ ਕਹਾਣੀ ਬਣ ਜਾਂਦਾ ਹੈ। ਨਾਦ ਜਦੋਂ ਕਾਲ ਵਿੱਚ ਫਸਦਾ ਹੈ ਤੇ ਕਹਾਣੀ ਬਣ ਜਾਂਦਾ ਹੈ। ਧਰਮ ਨੇ ਮੈਡੀਟੇਸ਼ਨ ਵੇਚਣ ਲਈ ਇਨਸਾਨੀਅਤ ਨਾਲ ਬਹੁਤ ਵੱਡਾ ਧਰੋਹ ਕਮਾਇਆ। ਕਾਲ ਵਿੱਚ ਗੁੰਦੀਆਂ ਕਹਾਣੀਆਂ ਸੁਣਾ ਕੇ ਰੱਬ ਲੱਭਣ ਪਿੱਛੇ ਲਾ ਦਿੱਤਾ ਤੇ ਨਾਮ ਜਪਣ ਤੇ ਸੰਗੀਤ ਵਿੱਚ ਫਸਾ ਦਿੱਤਾ, ਅਤੇ ਕਿਸੇ ਨੇ ਮਿਥਿਹਾਸਿਕ ਕਹਾਣੀਆਂ ਵਿੱਚ, ਕਿਸੇ ਨੇ ਵਿਚੋਲੇ ਨੂੰ ਰੱਬ ਦਾ ਪੁੱਤਰ ਬਣਾ ਦਿੱਤਾ ਤੇ ਕਿਸੇ ਨੇ ਹੁਰਾਂ ਦਿਖਾ ਕੇ ਇਨਸਾਨੀਅਤ ਦਾ ਕਤਲ ਕੀਤਾ। ਪਰ ਅਨੋਖੀ ਗੱਲ ਦੇਖਣ ਵਾਲੀ ਇਹ ਹੈ ਕਿ ਮੈਡੀਟੇਸ਼ਨ ਲਈ ਕਿਸੇ ਨੇ ਪ੍ਰੇਰਿਤ ਨਹੀਂ ਕੀਤਾ। ਜੇ ਕੀਤਾ ਤਾਂ ਸਿਰਫ ਨਾਦ ਤੋਂ ਅਨਹਦ ਦਾ ਸਫ਼ਰ ਸ਼ੁਰੂ ਕੀਤਾ। ਇਹਨਾਂ ਨੂੰ ਇੰਨੀ ਸਮਝ ਨਹੀਂ ਸੀ ਕਿ ਅਨਹਦ ਤੱਕ ਪਹੁੰਚਿਆ ਨਹੀਂ ਜਾ ਸਕਦਾ। ਨਾਦ ਵਿੱਚ ਹੀ ਅਨਹਦ ਲੁਕਿਆ ਹੁੰਦਾ ਹੈ। ਨਾਦ ਜਦੋਂ ਇੱਕ ਸਾਰਤਾ ਵਿੱਚ ਹੁੰਦਾ ਹੈ, ਉਸ ਪਿੱਛੇ ਅਨਹਦ ਵੱਜਦਾ ਹੈ। ਕਿਸੇ ਵੀ ਨਾਦ ਨੂੰ ਜਦੋਂ ਸੁਰਤ ਜੋੜਨ ਲਈ ਇਸਤੇਮਾਲ ਕੀਤਾ ਗਿਆ, ਅਨਹਦ ਦੀ ਝੁੰਕਾਰ ਮਹਿਸੂਸ ਹੋਈ ਅਤੇ ਮਨੁੱਖ ਕੁਝ ਸਮੇਂ ਲਈ ਕਾਲ ਵਿੱਚ ਫਸੀਆਂ ਕਹਾਣੀਆਂ ਤੋਂ ਦੂਰ ਅਕਾਲ ਰੂਪ ਹੋ ਅਨਹਦ ਨੂੰ ਵਾਚਣ ਲੱਗ ਪਿਆ। ਇਸ ਨੂੰ ਅਲਾਈਨਮੈਂਟ, ਅਬਜ਼ਰਵਰ ਇਫੈਕਟ ਜਾਂ ਕੋਹਰੈਂਸ ਕਿਹਾ ਜਾਂਦਾ ਹੈ। ਜਦੋਂ ਅਬਜ਼ਰਵਰ ਇਫੈਕਟ ਜਾਂ ਅਲਾਈਨਮੈਂਟ ਬਹੁਤ ਫਿਜ਼ੀਕਲ ਤੇ ਮੈਂਟਲ ਹੁੰਦੀ ਹੈ, ਇਨਸਾਨ ਨਾਦ ਦੀਆਂ ਕਹਾਣੀਆਂ ਤੋਂ ਦੂਰ ਆਪਣਾ ਮੂਲ ਰੂਪ ਪਹਿਚਾਣਨ ਲੱਗਦਾ ਹੈ। ਕਿਹੜੀ ਕਸਵੱਟੀ ਹੋਵੇ ਜਿਹੜੀ ਦੱਸੇ ਕਿ ਜ਼ਿੰਦਗੀ ਵਿੱਚ ਵਰਤਮਾਨ ਵਿੱਚ ਘਟ ਰਹੀ ਘਟਨਾ ਵਾਚਕ ਬਣ ਕੇ ਦੇਖੀ ਜਾ ਰਹੀ ਹੈ ਜਾਂ ਨਾਇਕ ਬਣ ਕੇ ਭੋਗੀ ਜਾ ਰਹੀ ਹੈ। ਜਦੋਂ ਵੀ ਸੁਰਤ ਜਾਂ ਫੋਕਸ ਨਹੀਂ ਹੋਏਗਾ, ਉਨੀ ਦੇਰ ਤੱਕ ਕੌਨਸ਼ੀਅਸ ਮਾਈਂਡ ਨਹੀਂ ਹੋਏਗਾ ਅਤੇ ਜਜ਼ਬਾਤ ਪਾਰੂ ਹੋਣਗੇ। ਭਾਵੇਂ ਉਹ ਜਜ਼ਬਾਤ ਖੁਸ਼ੀ ਦੇ ਹੋਣ ਜਾਂ ਗਮੀ ਦੇ, ਭਾਵੇਂ ਡਰ ਦੇ ਜਾਂ ਪਛਤਾਵੇ ਦੇ, ਭਾਵੇਂ ਨਫ਼ਰਤ ਦੇ ਜਾਂ ਦੋਸ਼ ਦੇ, ਭਾਵੇਂ ਸਹਿਮ ਅਤੇ ਬੇਬਲਤਾ ਦੇ। ਸੁਰਤ ਤੋਂ ਬਾਹਰ ਹਰ ਇਨਸਾਨ ਨੂੰ ਭਗਤੀ ਦੀ ਲੋੜ ਹੈ। ਸੁਰਤ ਵਿੱਚ ਆਉਂਦਿਆਂ ਹੀ ਸਭ ਕਹਾਣੀਆਂ ਖਤਮ ਹੋ ਜਾਂਦੀਆਂ ਹਨ ਅਤੇ ਅਨਹਦ ਹੀ ਅਨਹਦ ਹਰ ਕਿਰਿਆ ਵਿੱਚ, ਅਤੇ ਹਰ ਕਿਰਿਆ ਪ੍ਰਕਿਰਿਆ ਹੁੰਦੀ ਹੈ ਭਗਤੀ ਦੀ। ਹਰ ਕਰਮ ਭਗਤੀ, ਨਵੀਨ ਅਤੇ ਸੁਚਤਮ ਜੀਵਨ, ਵਿਕਸਤ ਸੋਚ ਦਸਤਕ ਦਿੰਦੀ ਹੈ। ਮੈਡੀਟੇਸ਼ਨ ਇੱਕ ਨਜ਼ਰੀਆ